ਸਤਿ ਸ਼੍ਰੀ ਅਕਾਲ ਦੋਸਤੋ। ਕਿਤਾਬ ਮੇਲਜੋਲ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਚੌਥਾ, ਘਰ ਪਰਿਵਾਰ। ਬਾਦਸ਼ਾਹ ਵੀ ਆਪਣੀ ਪਤਨੀ ਦੀਆਂ ਨਜ਼ਰਾਂ ਵਿੱਚ ਕੇਵਲ ਪਤੀ ਹੀ ਹੁੰਦਾ ਹੈ। ਜਿਸ ਪਤੀ ਵਿੱਚ ਕੋਈ ਨੁਕਸ ਨਹੀਂ ਹੁੰਦਾ, ਸਮਝੋ ਉਹ ਬੜਾ ਖਤਰਨਾਕ ਆਦਮੀ ਹੈ। ਅਜਿਹੇ ਵਿਅਕਤੀ ਨਾਲ ਰਹਿਣਾ ਸੰਭਵ ਨਹੀਂ ਹੁੰਦਾ। ਬਹੁਤੇ ਇਸਤਰੀ ਪੁਰਸ਼ ਪਤੀ ਪਤਨੀ ਦੀ ਚੋਣ ਕਰਦਿਆਂ ਕੇਵਲ ਆਪਣੀਆਂ ਅੱਖਾਂ ਤੋਂ ਕੰਮ ਲੈਂਦੇ ਹਨ, ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਅੱਖਾਂ ਦੇ ਮੁਕਾਬਲੇ ਕੰਨਾਂ ਤੋਂ ਕੰਮ ਵਧੇਰੇ ਲਿਆ ਜਾਵੇ। ਪਤੀ ਹੋਣਾ ਇੱਕ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ, ਪਰ ਕਿਉਂਕਿ ਹਰ ਇੱਕ ਵਿਅਕਤੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦਾ, ਇਸ ਲਈ ਘਰੇਲੂ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਬਣਾਵਟ, ਤਣਾਅ ਅਤੇ ਖਿੱਚੋਤਾਣ ਵੱਧ ਰਹੀ ਹੈ। ਹਰ ਕੋਈ ਸੋਹਣੀ ਪਤਨੀ ਪ੍ਰਾਪਤ ਕਰਨੀ ਚਾਹੁੰਦਾ ਹੈ, ਪਰ ਹਰ ਕਿਸੇ ਵਿੱਚ ਸੋਹਣੀ ਪਤਨੀ ਦੇ ਰੱਖ ਰਖਾਓ ਦੀ ਸਮਰੱਥਾ ਨਾ ਹੋਣ ਕਾਰਨ ਉਲਝਣਾਂ ਵੱਧ ਰਹੀਆਂ ਹਨ। ਵੇਖਿਆ ਗਿਆ ਹੈ ਕਿ ਰਿਸ਼ਤਾ ਹੋਣ ਸਮੇਂ ਬਣਨ ਵਾਲੇ ਪਤੀ ਦਾ ਭਵਿੱਖ ਵੇਖਿਆ ਜਾਂਦਾ ਹੈ, ਜਦੋਂ ਕਿ ਬਣਨ ਵਾਲੀ ਪਤਨੀ ਦੀ ਵਰਤਮਾਨ ਸਥਿਤੀ ਵੇਖੀ ਜਾਂਦੀ ਹੈ। ਦੋਸਤੋ ਧਿਆਨ ਦੇਣਾ ਕਿ ਰਿਸ਼ਤਾ ਹੋਣ ਸਮੇਂ ਬਣਨ ਵਾਲੇ ਪਤੀ ਦਾ ਭਵਿੱਖ ਵੇਖਿਆ ਜਾਂਦਾ ਆ, ਜਦੋਂ ਕਿ ਬਣਨ ਵਾਲੀ ਪਤਨੀ ਦੀ ਵਰਤਮਾਨ ਸਥਿਤੀ ਵੇਖੀ ਜਾਂਦੀ ਆ। ਅਰਥਾਤ ਪਤੀ ਦੀ ਆਮਦਨ ਅਤੇ ਆਮਦਨ ਵਧਣ ਦੀ ਦਰ ਅਤੇ ਪਤਨੀ ਦੀ ਸੁੰਦਰਤਾ, ਚੱਜ, ਸਲੀਕਾ ਅਤੇ ਉਸ ਦੇ ਸਾਥ ਦਾ ਨਿੱਘ ਆਦਿ ਫੈਸਲੇ ਦਾ ਆਧਾਰ ਬਣਦੇ ਹਨ। ਸਿਆਣੇ ਬੰਦੇ ਅਕਸਰ ਵਿਅੰਗ ਨਾਲ ਕਹਿੰਦੇ ਹਨ, ਪਤਨੀ ਚੁਣਨੀ ਅਤੇ ਤਲਵਾਰ ਖਰੀਦਣੀ ਇੱਕੋ ਪ੍ਰਕਾਰ ਦੇ ਕੰਮ ਹਨ। ਦੋਸਤੋ ਗੱਲ ਨੋਟ ਕਰਨ ਵਾਲੀ ਹੈ। ਪਤਨੀ ਚੁਣਨੀ ਅਤੇ ਤਲਵਾਰ ਖਰੀਦਣੀ ਇੱਕੋ ਪ੍ਰਕਾਰ ਦੇ ਕੰਮ ਹਨ। ਜਿਵੇਂ ਜੰਗ ਦੇ ਮੈਦਾਨ ਵਿੱਚ ਕਿਸੇ ਨੂੰ ਦੂਜੀ ਵਾਰੀ ਗਲਤੀ ਕਰਨ ਦਾ ਅਵਸਰ ਨਹੀਂ ਮਿਲਦਾ, ਉਵੇਂ ਹੀ ਪਤੀ ਜਾਂ ਪਤਨੀ ਦੀ ਚੋਣ ਕਰਨ ਦਾ ਵੀ ਅਕਸਰ ਇੱਕ ਹੀ ਅਵਸਰ ਮਿਲਦਾ ਹੈ। ਪੱਛਮ ਵਿੱਚ ਬਹੁਤੇ ਰਿਸ਼ਤਿਆਂ ਦਾ ਫੈਸਲਾ ਐਤਵਾਰ ਗਿਰਜੇ ਘਰ ਵਿੱਚ ਤਿਉਹਾਰੀ ਵਾਤਾਵਰਣ ਜਾਂ ਕਿਸੇ ਤਿਉਹਾਰ ਜਿਹੇ ਅਵਸਰ ਸਮੇਂ ਹੁੰਦਾ ਹੈ, ਜਦੋਂ ਦੋਵੇਂ ਧਿਰਾਂ ਉਚੇਚ ਨਾਲ ਸਜ ਧੱਜ ਕੇ ਆਈਆਂ ਹੁੰਦੀਆਂ ਹਨ। ਦੋਵੇਂ ਧਿਰਾਂ ਉੱਚਾ ਉੱਚਾ ਸੋਚਦੀਆਂ ਹਨ ਅਤੇ ਮਿੱਠਾ ਮਿੱਠਾ ਬੋਲਦੀਆਂ ਹਨ। ਦੋਵੇਂ ਧਿਰਾਂ ਇੰਜ ਵਿਚਰਦੀਆਂ ਹਨ ਜਿਵੇਂ ਸਤਰੰਗੀ ਪੀਂਘ ਝੂਟਦੀਆਂ ਅਤੇ ਲਾਚੀਆਂ ਦੇ ਬਾਗ ਵਿੱਚ ਸੈਰ ਕਰ ਰਹੀਆਂ ਹੋਣ। ਇਸਤਰੀ ਅਕਸਰ ਆਪਣੇ ਬਣਨ ਵਾਲੇ ਪਤੀ ਵਿੱਚੋਂ ਪਤੀ ਘੱਟ ਅਤੇ ਪ੍ਰੇਮੀ ਵਧੇਰੇ ਵੇਖਦੀ ਹੈ। ਇਵੇਂ ਹੀ ਪੁਰਸ਼ ਆਪਣੀ ਬਣਨ ਵਾਲੀ ਪਤਨੀ ਵਿੱਚੋਂ ਪਤਨੀ ਘੱਟ ਅਤੇ ਪਰੀ, ਮਾਡਲ ਜਾਂ ਫਿਲਮੀ ਨਾਇਕਾ ਵੱਧ ਲੱਭਦਾ ਹੈ। ਪ੍ਰੇਮੀ ਇੱਕ ਭਰਮ ਹੈ, ਜਦੋਂ ਕਿ ਪਤੀ ਇੱਕ ਵਾਸਤਵਿਕਤਾ ਹੁੰਦਾ ਹੈ। ਪਿਆਰ ਸਾਨੂੰ ਸਵਾਉਂਦਾ ਹੈ ਤੇ ਵਿਆਹ ਸਾਨੂੰ ਜਗਾਉਂਦਾ ਹੈ। ਕਿਸੇ ਨੇ ਵਿਅੰਗ ਨਾਲ ਕਿਹਾ ਹੈ ਕਿ ਵਿਆਹ ਦੀ ਦਹਿਲੀਜ਼ ਟੱਪਦਿਆਂ ਹੀ ਪਿਆਰ ਮੁਹੱਬਤ ਵਾਲੀਆਂ ਖੁਸ਼ੀਆਂ ਬਾਹਰੋਂ ਮੁੜ ਜਾਂਦੀਆਂ ਹਨ। ਚੰਗਾ ਜੀਵਨ ਸਾਥੀ, ਚੰਗੀ ਆਮਦਨ ਅਤੇ ਚੰਗੀ ਸਿਹਤ ਜੀਵਨ ਦੇ ਅਮੁੱਲੇ ਵਰਦਾਨ ਹੁੰਦੇ ਹਨ। ਕਿਉਂਕਿ ਇਹਨਾਂ ਵਰਦਾਨਾਂ ਦੀ ਸੰਭਾਵਨਾ ਘਟਦੀ ਜਾ ਰਹੀ ਹੈ, ਇਸੇ ਲਈ ਘਰੇਲੂ ਸੰਬੰਧਾਂ ਦੇ ਖੇਤਰ ਵਿੱਚ ਨਵੀਆਂ ਵੰਗਾਰਾਂ, ਖਿੱਚੋਤਾਣਾਂ, ਸਮੱਸਿਆਵਾਂ, ਮੁਸ਼ਕਲਾਂ ਅਤੇ ਉਲਝਣਾਂ ਉਪਜ ਰਹੀਆਂ ਹਨ। ਰਾਜਨੀਤੀ ਨੇ ਸਾਡੇ ਜੀਵਨ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੋਇਆ ਹੈ ਕਿ ਘਰੇਲੂ ਰਿਸ਼ਤਿਆਂ ਉੱਤੇ ਵੀ ਇਸ ਦਾ ਪ੍ਰਭਾਵ ਪ੍ਰਤੱਖ ਹੈ। ਜਿਹੜਾ ਪਿਤਾ ਆਪਣੀ ਸੰਤਾਨ ਦੇ ਸੰਦਰਭ ਵਿੱਚ ਰਾਜਨੀਤਿਕ ਪੈਂਤੜਿਆਂ ਨੂੰ ਤਿਆਗ ਕੇ ਕੇਵਲ ਸਾਊ ਅਤੇ ਸੁਹਿਰਦ ਮਨੁੱਖ ਵਜੋਂ ਵਿਚਰਦਾ ਹੈ, ਉਸ ਦਾ ਹਾਲ ਉਹੀ ਹੁੰਦਾ ਹੈ ਜਿਹੜਾ ਔਰੰਗਜ਼ੇਬ ਨੇ ਸ਼ਾਹਜਹਾਨ ਨਾਲ ਕੀਤਾ ਸੀ। ਪਤੀ ਅਤੇ ਪਤਨੀ ਦੋਹਾਂ ਨੂੰ ਘਰ ਚਲਾਉਣ ਲਈ ਬੜੀ ਸਾਵਧਾਨੀ ਨਾਲ ਚੱਲਣਾ ਪੈਂਦਾ ਹੈ। ਘਰ ਚਲਾਉਣਾ ਆਪਣੇ ਆਪ ਵਿੱਚ ਇੱਕ ਕਿੱਤਾ ਬਣ ਗਿਆ ਹੈ ਅਤੇ ਸਾਡੇ ਘਰੇਲੂ ਅਤੇ ਦਫ਼ਤਰੀ ਵਿਹਾਰ ਵਿੱਚ ਬਹੁਤਾ ਅੰਤਰ ਨਹੀਂ ਰਿਹਾ ਅਤੇ ਘਰ ਵਿੱਚ ਵੀ ਦਫ਼ਤਰੀ ਪ੍ਰਕਾਰ ਦੀਆਂ ਸਮੱਸਿਆਵਾਂ ਉੱਠ ਖੜੀਆਂ ਹੋਈਆਂ ਹਨ। ਅਨੇਕਾਂ ਪਤਨੀਆਂ ਘਰ ਵਿੱਚ ਪਤੀ ਦੀ ਅਫਸਰਸ਼ਾਹੀ ਵਿਰੁੱਧ ਵਿਰੋਧੀ ਪਾਰਟੀ ਵਾਂਗ ਵਿਚਰਨ ਲੱਗ ਪਈਆਂ ਹਨ। ਹੁਣ ਵਿਆਹ ਦੇਰ ਨਾਲ ਹੋਣ ਕਾਰਨ ਦੋਵੇਂ ਧਿਰਾਂ ਦੀਆਂ ਪਸੰਦਗੀਆਂ ਅਤੇ ਨਾਪਸੰਦਗੀਆਂ ਭੀੜੀਆਂ ਹੋ ਚੁੱਕੀਆਂ ਹੁੰਦੀਆਂ ਹਨ। ਭੀੜੀਆਂ ਗੰਢਾਂ ਮਨੁੱਖੀ ਵਿਹਾਰ ਵਿੱਚ ਲਚਕ ਨੂੰ ਖਤਮ ਕਰ ਰਹੀਆਂ ਹਨ ਅਤੇ ਲਚਕ ਦੇ ਖਤਮ ਹੋਣ ਕਾਰਨ ਸਮੱਸਿਆਵਾਂ ਉਪਜਣ ਦੀ ਸੂਰਤ ਵਿੱਚ ਕੇਵਲ ਆਪਣਾ ਪੱਖ ਪੇਸ਼ ਕਰਨ ਉੱਤੇ ਜ਼ੋਰ ਵੱਧ ਗਿਆ ਹੈ, ਜਦੋਂ ਕਿ ਦੂਜੇ ਦਾ ਪੱਖ ਸਮਝਣ ਦੀ ਸੰਭਾਵਨਾ ਜੇ ਮੁੱਕ ਨਹੀਂ ਗਈ ਤਾਂ ਸੁੰਗੜ ਜ਼ਰੂਰ ਗਈ ਹੈ। ਇੱਕ ਪੜ੍ਹਿਆ ਲਿਖਿਆ ਵਿਅਕਤੀ ਅਨਪੜ੍ਹ ਪਤਨੀ ਨਾਲ ਗੁਜ਼ਾਰਾ ਕਰ ਸਕਦਾ ਹੈ, ਪਰ ਇੱਕ ਪੜ੍ਹੀ ਲਿਖੀ ਇਸਤਰੀ ਇੱਕ ਅਨਪੜ੍ਹ ਜਾਂ ਘੱਟ ਪੜ੍ਹੇ ਪਤੀ ਨਾਲ ਗੁਜ਼ਾਰਾ ਨਹੀਂ ਕਰ ਸਕਦੀ। ਆਪਣੀਆਂ ਮਾਵਾਂ ਦੇ ਲਾਡਲੇ ਧੀਆਂ ਅਤੇ ਪੁੱਤਰ ਆਲਸ ਅਤੇ ਬੇਸਮਝੀ ਕਾਰਨ ਸਫਲ ਪਤੀ ਪਤਨੀਆਂ ਨਹੀਂ ਬਣ ਸਕਦੇ। ਦੋਸਤੋ ਬਹੁਤ ਵਧੀਆ ਗੱਲ ਹੈ, ਧਿਆਨ ਦੇਣਾ। ਆਪਣੀਆਂ ਮਾਵਾਂ ਦੇ ਲਾਡਲੇ ਧੀਆਂ ਅਤੇ ਪੁੱਤਰ ਆਲਸ ਅਤੇ ਬੇਸਮਝੀ ਕਰਕੇ ਸਫਲ ਪਤੀ ਪਤਨੀ ਨਹੀਂ ਬਣ ਸਕਦੇ।
ਵੇਖਿਆ ਗਿਆ ਹੈ ਕਿ ਹਰ ਘਰੇਲੂ ਝਗੜੇ ਵਿੱਚ ਕਿਸੇ ਨਾ ਕਿਸੇ ਬਾਹਰੀ ਸ਼ਕਤੀ ਦਾ ਹੱਥ ਹੁੰਦਾ ਹੈ, ਜਿਸ ਨਾਲ ਤਾਣੀ ਉਲਝਦੀ ਹੈ। ਹਰ ਸਮੱਸਿਆ ਸੁਲਝਾਈ ਜਾ ਸਕਦੀ ਹੈ, ਪਰ ਭੈੜੇ ਪਤੀ ਅਤੇ ਭੈੜੀ ਪਤਨੀ ਦਾ ਕੋਈ ਇਲਾਜ ਨਹੀਂ ਹੁੰਦਾ। ਘਰੇਲੂ ਰਿਸ਼ਤਿਆਂ ਵਿੱਚ ਆ ਰਹੇ ਵਿਗਾੜ ਨਾਲ ਸਮੁੱਚੇ ਸਮਾਜ ਵਿੱਚ ਹਿੰਸਾ ਵੱਧ ਰਹੀ ਹੈ। ਜਿਸ ਅਨੁਪਾਤ ਵਿੱਚ ਦਾਜ ਵੱਧ ਰਹੇ ਹਨ, ਉਸੇ ਅਨੁਪਾਤ ਵਿੱਚ ਘਰ ਟੁੱਟ ਰਹੇ ਹਨ। ਜਿਹੜੀਆਂ ਇਸਤਰੀਆਂ ਪੁਰਸ਼ ਦਾ ਪੈਸਾ ਵੇਖ ਕੇ ਉਸ ਨਾਲ ਵਿਆਹ ਕਰਦੀਆਂ ਹਨ, ਉਹ ਵਿਧਵਾਵਾਂ ਨਾਲੋਂ ਵੀ ਭੈੜਾ ਜੀਵਨ ਜਿਉਂਦੀਆਂ ਹਨ। ਅਤੇ ਜਿਹੜੇ ਪੁਰਸ਼ ਕੇਵਲ ਸੁੰਦਰਤਾ ਨੂੰ ਸਾਹਮਣੇ ਰੱਖ ਕੇ ਵਿਆਹ ਕਰਦੇ ਹਨ, ਉਹਨਾਂ ਨੂੰ ਪਤਨੀ ਨਹੀਂ ਮਿਲਦੀ, ਥਾਣੇਦਾਰ ਨਹੀਂ ਮਿਲਦੀ ਹੈ। ਬਾਂਝ ਅਤੇ ਅਸੰਤੁਸ਼ਟ ਪਤਨੀਆਂ ਪਤੀ ਦੇ ਦੋਸਤਾਂ ਵਿੱਚ ਵਧੇਰੇ ਦਿਲਚਸਪੀ ਲੈਂਦੀਆਂ ਹਨ ਅਤੇ ਕਲਫ ਲਾਉਣ ਵਾਲੇ ਪਤੀ ਘੱਟ ਅਤੇ ਸ਼ਿਕਾਰੀ ਵਧੇਰੇ ਹੁੰਦੇ ਹਨ। ਚਲਾਕ ਪਤਨੀਆਂ ਆਪਣੇ ਪਤੀ ਨੂੰ ਉਹਲੇ ਵਾਂਗ ਵਰਤਦੀਆਂ ਹਨ ਅਤੇ ਚਲਾਕ ਪਤੀ ਦੇਰ ਨਾਲ ਆਉਣ ਉੱਤੇ ਅਕਸਰ ਕਹਿੰਦੇ ਹਨ, ਕੁਝ ਦੋਸਤ ਮਿਲ ਗਏ ਸਨ, ਬੜੀ ਮੁਸ਼ਕਿਲ ਨਾਲ ਖਹਿੜਾ ਛੁਡਾ ਕੇ ਆਇਆ ਹਾਂ। 50 ਸਾਲ ਦਾ ਵਿਦੇਸ਼ੀ ਪਤੀ ਮਿਲਣ ਉੱਤੇ ਜਵਾਨ ਪਤਨੀ ਸੋਚਦੀ ਹੈ, ਚੰਗਾ ਹੁੰਦਾ ਜੇ 25-25 ਸਾਲ ਦੇ 2 ਪਤੀ ਮਿਲ ਜਾਂਦੇ। ਸ਼ਾਂਤ ਸੁਭਾਅ ਵਾਲੇ ਪਤੀਆਂ ਨੂੰ ਅਕਸਰ ਹਨੇਰੀ ਅਤੇ ਤੂਫਾਨ ਦੇ ਸੁਭਾਅ ਵਾਲੀਆਂ ਪਤਨੀਆਂ ਮਿਲਦੀਆਂ ਹਨ। ਹੁਣ ਬਾਜ਼ਾਰ ਵਿੱਚ ਸੈਂਕੜੇ ਅਜਿਹੀਆਂ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ ਨੂੰ ਕੇਵਲ ਨਾਜਾਇਜ਼ ਸਬੰਧਾਂ ਲਈ ਹੀ ਖਰੀਦਿਆ ਜਾ ਸਕਦਾ ਹੈ। ਹੁਣ ਸੁਨੇਹਾ ਲੈਣਾ ਦੇਣਾ, ਕਿਸੇ ਨੂੰ ਬੁਲਾਉਣਾ ਜਾਂ ਆਪ ਜਾਣਾ ਸੁਖਾਲਾ ਹੋਣ ਕਰਕੇ ਨਾਜਾਇਜ਼ ਸਬੰਧ ਉਸਰਨੇ ਸੌਖੇ ਹੋ ਗਏ ਹਨ। ਸਾਡੇ ਦੇਸ਼ ਵਿੱਚ ਤਾਂ ਪਤਨੀ ਨੂੰ ਆਪਣੇ ਭੈੜੇ ਪਤੀ ਵਿਰੁੱਧ ਰੱਬ ਅੱਗੇ ਅਰਦਾਸ ਕਰਨ ਦੀ ਵੀ ਆਗਿਆ ਨਹੀਂ ਹੈ। ਜਿਹੜੇ ਪਤੀ ਅਚਾਨਕ ਆਪਣੀਆਂ ਪਤਨੀਆਂ ਉੱਤੇ ਮਿਹਰਬਾਨ ਹੋ ਜਾਂਦੇ ਹਨ, ਉਹ ਅਸਲ ਵਿੱਚ ਬਾਹਰ ਕੋਈ ਨਾ ਕੋਈ ਰਿਸ਼ਤਾ ਉਸਾਰ ਰਹੇ ਹੁੰਦੇ ਹਨ। ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਕੁਝ ਕਰਕੇ ਅਚਾਨਕ ਹੈਰਾਨ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਜਲਦੀ ਹੀ ਕੁਝ ਅਜਿਹਾ ਵੇਖਣ ਨੂੰ ਮਿਲ ਜਾਂਦਾ ਹੈ ਕਿ ਉਹ ਆਪ ਹੈਰਾਨ ਅਤੇ ਪਰੇਸ਼ਾਨ ਹੋ ਜਾਂਦੇ ਹਨ। ਪਤੀ ਪਤਨੀ ਸੰਬੰਧੀ ਉਪਰੋਕਤ ਪ੍ਰਚਲਿਤ ਧਾਰਨਾਵਾਂ ਘਰ ਪਰਿਵਾਰ ਵਿੱਚ ਪਤੀ ਪਤਨੀ ਦੀ ਆਪਸੀ ਸਥਿਤੀ ਨੂੰ ਸਮਝਣ ਵਿੱਚ ਸਹਾਈ ਹੋ ਸਕਦੀਆਂ ਹਨ। ਆਮ ਕਰਕੇ ਪਤਨੀ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਸਵੈ ਵਿਸ਼ਵਾਸ ਵਾਲਾ ਅਤੇ ਝਟਪਟ ਫੈਸਲੇ ਕਰਨ ਦੀ ਯੋਗਤਾ ਵਾਲਾ ਵਿਅਕਤੀ ਹੋਵੇ। ਉਹ ਪਤੀ ਨੂੰ ਅਗਵਾਈ ਪ੍ਰਦਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਉਸ ਦੇ ਸਯੋਗ ਫੈਸਲਿਆਂ ਨੂੰ ਲਾਗੂ ਕਰਨ ਅਤੇ ਅਮਲ ਵਿੱਚ ਲਿਆਉਣ ਦਾ ਯਤਨ ਵੀ ਕਰਦੀ ਹੈ। ਜੇਕਰ ਫੈਸਲਾ ਕਰਨ ਦੀ ਯੋਗਤਾ ਹੋਵੇ ਤਾਂ ਹੀ ਪਤੀ ਠੀਕ ਫੈਸਲੇ ਕਰ ਸਕੇਗਾ। ਠੀਕ ਫੈਸਲੇ ਨੂੰ ਲਾਗੂ ਕਰਨ ਵਿੱਚ ਕਿਸੇ ਧਿਰ ਨੂੰ ਕੋਈ ਝਿਜਕ ਨਹੀਂ ਹੁੰਦੀ। ਠੀਕ ਫੈਸਲਾ ਕਰਨਾ ਬੜਾ ਔਖਾ ਕੰਮ ਹੁੰਦਾ ਹੈ ਅਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਇਹ ਮਹਿੰਗਾ ਕੰਮ ਵੀ ਹੈ, ਕਿਉਂਕਿ ਹਰ ਇੱਕ ਫੈਸਲੇ ਨੂੰ ਲਾਗੂ ਕਰਨ ਉੱਤੇ ਢੇਰ ਸਾਰਾ ਖਰਚ ਆਉਂਦਾ ਹੈ। ਇਵੇਂ ਪਰਿਵਾਰਿਕ ਸੰਬੰਧ ਪਤੀ ਵੱਲੋਂ ਫੈਸਲੇ ਕਰਨ ਦੀ ਯੋਗਤਾ ਅਯੋਗਤਾ ਉੱਤੇ ਨਿਰਭਰ ਕਰਦੇ ਹਨ। ਅਜੋਕੇ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਸੰਪੂਰਨਤਾ ਦੀ ਸੰਭਾਵਨਾ ਨਹੀਂ ਹੈ, ਪਰ ਜਿਹੜੇ ਪਤੀ ਸੰਪੂਰਨ ਫੈਸਲਾ ਕਰਨ ਦੇ ਅਭਿਲਾਸ਼ੀ ਹੁੰਦੇ ਹਨ, ਉਹ ਅਕਸਰ ਗਲਤ ਫੈਸਲਾ ਕਰਦੇ ਹਨ ਅਤੇ ਅਕਸਰ ਕਈ ਵਾਰੀ ਆਪਣੇ ਫੈਸਲੇ ਨੂੰ ਬਦਲਦੇ ਹਨ ਜਾਂ ਫੈਸਲਾ ਕਰਨ ਦੀ ਘੜੀ ਲੰਘਾ ਕੇ ਫੈਸਲਾ ਕਰਦੇ ਹਨ। ਇਸਤਰੀਆਂ ਪਤਨੀਆਂ ਦੇ ਰੂਪ ਵਿੱਚ ਫੈਸਲਾ ਕਰਨ ਦੇ ਜੋਖਮ ਤੋਂ ਅਕਸਰ ਬਚਣਾ ਚਾਹੁੰਦੀਆਂ ਹਨ, ਪਰ ਜਦੋਂ ਪਤੀ ਫੈਸਲਾ ਕਰਨ ਦੀ ਯੋਗਤਾ ਦਾ ਪ੍ਰਮਾਣ ਹੀ ਨਾ ਦੇਵੇ ਤਾਂ ਘਰ ਦੀ ਵਾਂਗਡੋਰ ਉਹਨਾਂ ਨੂੰ ਸੰਭਾਲਣੀ ਹੀ ਪੈਂਦੀ ਹੈ। ਮਾਵਾਂ ਦੇ ਲਾਡਲੇ ਪੁੱਤਰ ਕੋਈ ਵੀ ਫੈਸਲਾ ਕਰਨ ਸਮੇਂ ਲੜਖੜਾਉਂਦੇ ਹਨ ਅਤੇ ਜਦੋਂ ਅਜਿਹੇ ਪਤੀਆਂ ਦੀਆਂ ਪਤਨੀਆਂ ਅਗਵਾਈ ਪ੍ਰਦਾਨ ਕਰਨ ਦਾ ਯਤਨ ਕਰਦੀਆਂ ਹਨ ਤਾਂ ਉਹਨਾਂ ਦੇ ਵਿਰੁੱਧ ਸੱਸਾਂ ਮੋਰਚਾ ਲਾ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਬਾਹਰਲੀ ਦਖਲ ਅੰਦਾਜ਼ੀ ਵੱਧ ਜਾਂਦੀ ਹੈ ਅਤੇ ਸਥਿਤੀ ਨਿਰੰਤਰ ਵਿਗੜਦੀ ਜਾਂਦੀ ਹੈ। ਅਜਿਹੇ ਪਤੀ ਆਪਣਾ ਨਿਰਧਾਰਤ ਰੋਲ ਅਦਾ ਕਰਨ ਦੀ ਅਯੋਗਤਾ ਕਾਰਨ ਸ਼ਰਾਬ ਆਦਿ ਦਾ ਸਹਾਰਾ ਲੈਂਦੇ ਹਨ। ਬਹਾਨਾ ਉਹ ਭਾਵੇਂ ਕੋਈ ਲਾਉਣ, ਅਸਲ ਵਿੱਚ ਉਹ ਘਰੇਲੂ ਅਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋਏ ਹੁੰਦੇ ਹਨ। ਨੌਕਰੀ ਕਰਨ ਵਾਲੀ ਪਤਨੀ ਨੂੰ ਘਰ ਵਿੱਚ ਰਹਿਣ ਵਾਲੀ ਪਤਨੀ ਦੇ ਮੁਕਾਬਲੇ ਵਧੇਰੇ ਕੰਮ ਕਰਨਾ ਪੈਂਦਾ ਹੈ। ਨੌਕਰੀ ਕਰਨ ਵਾਲੀ ਪਤਨੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਵੀ ਵਧੇਰੇ ਹੁੰਦੀ ਹੈ, ਪਰ ਅਜਿਹੀ ਪਤਨੀ ਵਿੱਚ ਆਪਣੇ ਪਤੀ ਦੇ ਅਯੋਗ ਵਿਹਾਰ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ। ਅਜਿਹੀ ਪਤਨੀ ਚਾਹੁੰਦੀ ਹੈ ਕਿ ਉਸ ਦਾ ਪਤੀ ਕੇਵਲ ਫਰਮਾਨ ਜਾਰੀ ਕਰਨ ਦੀ ਥਾਂ ਘਰੇਲੂ ਕੰਮਾਂ ਪ੍ਰਤੀ ਯੋਗ ਧਿਆਨ ਵੀ ਦੇਵੇ। ਅਜਿਹੀ ਪਤਨੀ ਵਿੱਚ ਚੰਗੇਰਾ ਜੀਵਨ ਜਿਉਣ ਦੀ ਇੱਛਾ ਵਧੇਰੇ ਹੁੰਦੀ ਹੈ ਅਤੇ ਉਸ ਵਿੱਚ ਬਚਤ ਦੀ ਭਾਵਨਾ ਅਤੇ ਬਚਤ ਨਾਲ ਘਰ ਦੀਆਂ ਵਸਤਾਂ ਚੀਜ਼ਾਂ ਖਰੀਦਣ ਦੀ ਇੱਛਾ ਵੀ ਵਧੇਰੇ ਬਲਵਾਨ ਹੁੰਦੀ ਹੈ। ਅਜਿਹੀ ਪਤਨੀ ਨਵੀਆਂ ਅਤੇ ਘਰੇਲੂ ਕੰਮਾਂ ਨੂੰ ਸੌਖਾ ਕਰਨ ਵਾਲੀਆਂ ਮਸ਼ੀਨਾਂ ਅਤੇ ਵਸਤਾਂ ਖਰੀਦਣ ਦੀ ਵਧੇਰੇ ਇੱਛੁਕ ਹੁੰਦੀ ਹੈ।
ਅਜਿਹੀ ਪਤਨੀ ਉਹਨਾਂ ਚੀਜ਼ਾਂ ਉੱਤੇ ਖੁਸ਼ੀ-ਖੁਸ਼ੀ ਪੈਸੇ ਖਰਚ ਕਰਦੀ ਹੈ ਜਿਹੜੀਆਂ ਸਭ ਦੇ ਸੁੱਖ ਵਿੱਚ ਵਾਧਾ ਕਰਨ ਅਤੇ ਘਰ ਨੂੰ ਹੋਰ ਸੁਹਣਾ ਬਣਾਉਣ। ਅਜਿਹੀ ਇਸਤਰੀ ਨੂੰ ਨੌਕਰੀ ਵਿੱਚ ਹੋਣ ਕਾਰਨ ਵਧੇਰੇ ਫੈਸਲੇ ਕਰਨੇ ਪੈਂਦੇ ਹਨ, ਸੋ ਉਸ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਦੇ ਕਈ ਪੱਖਾਂ ਨੂੰ ਇੱਕੋ ਵੇਲੇ ਸਮਝਣ ਦੀ ਯੋਗਤਾ ਪੈਦਾ ਹੁੰਦੀ ਹੈ। ਅਜਿਹੀ ਇਸਤਰੀ ਕਿਸੇ ਅਜਿਹੇ ਖਰਚੇ ਨੂੰ ਬਰਦਾਸ਼ਤ ਨਹੀਂ ਕਰਦੀ ਜਿਹੜਾ ਸਿਹਤ ਨੂੰ ਵਿਗਾੜੇ, ਘਰ ਦੇ ਵਸੀਲਿਆਂ ਨੂੰ ਘਟਾਵੇ ਅਤੇ ਘਰ ਦੇ ਅਮਨ ਨੂੰ ਤੋੜੇ। ਜਦੋਂ ਤੱਕ ਪਤੀ ਆਪਣੇ ਪਤੀ ਹੋਣ ਦੇ ਫਰਜ਼ ਨਿਭਾਉਂਦਾ ਹੈ, ਪਤਨੀ ਡਟ ਕੇ ਉਸ ਦਾ ਸਾਥ ਦਿੰਦੀ ਹੈ, ਪਰ ਜਦੋਂ ਉਹ ਫਰਜ਼ਾਂ ਪ੍ਰਤੀ ਅਵੇਸਲਾ ਹੋ ਕੇ ਜੂਆ ਜਾਂ ਸ਼ਰਾਬ ਆਦਿ ਉੱਤੇ ਪੈਸੇ ਖਰਚਣ ਲੱਗ ਪਵੇ ਤਾਂ ਸਭ ਤੋਂ ਪਹਿਲਾਂ ਵਿਰੋਧ ਵੀ ਉਹੀ ਕਰਦੀ ਹੈ। ਇਸ ਸਥਿਤੀ ਵਿੱਚ ਹੀ ਘਰ ਦੀ ਵਾਂਗਡੋਰ ਸੰਭਾਲਣ ਦੀ ਖਿੱਚੋਤਾਣ ਆਰੰਭ ਹੋ ਜਾਂਦੀ ਹੈ। ਅਜਿਹੀ ਖਿੱਚੋਤਾਣ ਕਾਰਨ ਕਾਮ ਸੰਬੰਧਾਂ ਉੱਤੇ ਭੈੜਾ ਅਸਰ ਪੈਂਦਾ ਹੈ ਅਤੇ ਵਿਗੜੇ ਹੋਏ ਕਾਮ ਸੰਬੰਧ ਖਿੱਚੋਤਾਣ ਨੂੰ ਵਧਾਉਂਦੇ ਹਨ ਅਤੇ ਘਰ ਘਰ ਨਾ ਰਹਿ ਕੇ ਅਦਾਲਤ ਬਣ ਜਾਂਦਾ ਹੈ, ਜਿੱਥੇ ਨਿੱਤ ਨਵਾਂ ਮੁਕੱਦਮਾ ਲੜਿਆ ਜਾਂਦਾ ਹੈ। ਸੁਖਾਵੇਂ ਕਾਮ ਸੰਬੰਧ ਪਤੀ ਪਤਨੀ ਦੇ ਉਸਾਰੂ ਰਿਸ਼ਤੇ ਦਾ ਮੂਲ ਆਧਾਰ ਹੁੰਦੇ ਹਨ। ਜਦੋਂ ਇਹ ਸੰਬੰਧ ਸੁਖਾਵੇਂ ਨਾ ਰਹਿਣ ਤਾਂ ਨਿੱਤ ਨਵੀਆਂ ਸਮੱਸਿਆਵਾਂ ਉਪਜਦੀਆਂ ਹਨ ਅਤੇ ਦੋਵੇਂ ਧਿਰਾਂ ਆਪਣਾ ਨਿਰਧਾਰਤ ਰੋਲ ਅਦਾ ਕਰਨ ਤੋਂ ਇਨਕਾਰੀ ਹੋ ਜਾਂਦੀਆਂ ਹਨ। ਅਜਿਹੀ ਵਿਗੜੀ ਹਾਲਤ ਵਿੱਚ ਪਤੀ ਬਦਲਾ ਲੈਣ ਦੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਪਤਨੀ ਆਪਣੇ ਆਪ ਨੂੰ ਮਜ਼ਲੂਮ ਸਮਝਦੀ ਹੈ। ਉਹ ਸਥਿਤੀ ਬੜੀ ਦੁਖਦਾਈ ਹੁੰਦੀ ਹੈ ਜਦੋਂ ਦੋਵੇਂ ਧਿਰਾਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਰਲਾਉਣ ਅਤੇ ਉਹਨਾਂ ਨੂੰ ਗਵਾਹ ਬਣਾਉਣ ਦਾ ਯਤਨ ਕਰਦੀਆਂ ਹਨ। ਇਵੇਂ ਸਥਾਪਿਤ ਘਰ ਹੀ ਨਹੀਂ ਟੁੱਟ ਰਿਹਾ ਹੁੰਦਾ, ਸਗੋਂ ਬੱਚਿਆਂ ਦੇ ਵਿਆਹ ਉਪਰੰਤ ਉਸਰਨ ਵਾਲੇ ਘਰਾਂ ਦੀਆਂ ਬੁਨਿਆਦਾਂ ਵਿੱਚ ਵੀ ਤਰੇੜਾਂ ਉਭਰਨ ਲੱਗ ਪੈਂਦੀਆਂ ਹਨ। ਲੜਦੇ ਹੋਏ ਪਤੀ ਪਤਨੀ ਨੂੰ ਵੇਖ ਕੇ ਸੋਚਣਾ ਪੈਂਦਾ ਹੈ ਕਿ ਕੀ ਕਦੀ ਇਹਨਾਂ ਨੇ ਇੱਕ ਦੂਜੇ ਨੂੰ ਪਿਆਰ ਵੀ ਕੀਤਾ ਹੋਵੇਗਾ। ਸੰਸਾਰ ਵਿੱਚ ਸਭ ਤੋਂ ਵੱਧ ਕਰੂਪ ਦ੍ਰਿਸ਼ ਪਤੀ ਪਤਨੀ ਦਾ ਝਗੜਾ ਹੁੰਦਾ ਹੈ ਅਤੇ ਸਭ ਤੋਂ ਭੈੜੀ ਸਥਿਤੀ ਉਹ ਹੁੰਦੀ ਹੈ ਜਦੋਂ ਉਹ ਇੱਕ ਦੂਜੇ ਉੱਤੇ ਪਤੀ ਦੇ ਨਪੁੰਸਕ ਅਤੇ ਪਤਨੀ ਦੇ ਚਰਿੱਤਰਹੀਣ ਹੋਣ ਦਾ ਦੋਸ਼ ਲਾ ਰਹੇ ਹੋਣ। ਅਜੋਕੇ ਪਤੀ ਦਾ ਫਰਜ਼ ਹੈ ਕਿ ਉਹ ਆਪਣੀ ਪਤਨੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਬਦਲੇ। ਕੁਝ ਪਤਨੀਆਂ ਭੈੜੀਆਂ ਵੀ ਹੁੰਦੀਆਂ ਹਨ ਜਿਹੜੀਆਂ ਉਜੜਨ ਅਤੇ ਉਜਾੜਨ ਦੇ ਬਹਾਨੇ ਲੱਭਦੀਆਂ ਰਹਿੰਦੀਆਂ ਹਨ, ਪਰ ਅਕਸਰ ਵੇਖਿਆ ਗਿਆ ਹੈ ਕਿ ਪਤਨੀਆਂ ਸ਼ਾਂਤ ਅਤੇ ਸੁਖਾਵਾਂ ਜੀਵਨ ਜਿਉਣ ਦੀਆਂ ਇੱਛੁਕ ਹੁੰਦੀਆਂ ਹਨ ਅਤੇ ਆਪਣੇ ਪਤੀਆਂ ਤੋਂ ਉਹਨਾਂ ਸਥਿਤੀਆਂ ਅਤੇ ਉਸ ਵਾਤਾਵਰਣ ਦੀ ਆਸ ਕਰਦੀਆਂ ਹਨ ਜਿਨ੍ਹਾਂ ਵਿੱਚ ਉਹ ਪਤਨੀ ਅਤੇ ਮਾਂ ਦੇ ਆਪਣੇ ਫਰਜ਼ ਯੋਗਤਾ ਨਾਲ ਨਿਭਾ ਸਕਣ। ਪਤਨੀ ਵਿੱਚ ਹਾਕਮ ਬਣਨ ਦੀ ਇੱਛਾ ਨਹੀਂ ਹੁੰਦੀ, ਪਰ ਹਾਕਮ ਬਣੇ ਪਤੀ ਉਹਨਾਂ ਨੂੰ ਵਿਦਰੋਹ ਲਈ ਮਜਬੂਰ ਕਰ ਦਿੰਦੇ ਹਨ। ਇੱਕ ਪਤਨੀ ਨੂੰ ਜਦੋਂ ਕਿਸੇ ਨੇ ਪੁੱਛਿਆ ਕਿ ਤੁਹਾਡੇ ਘਰ ਵਿੱਚ ਕਿਸ ਦੀ ਚੱਲਦੀ ਹੈ ਤਾਂ ਉਸਨੇ ਕਿਹਾ ਕਿ ਉਸ ਨੂੰ ਤਾਂ ਇਸ ਗੱਲ ਦਾ ਕਦੇ ਖਿਆਲ ਹੀ ਨਹੀਂ ਆਇਆ। ਸ਼ਕਤੀਸ਼ਾਲੀ ਬਾਦਸ਼ਾਹ ਹੁਕਮ ਵੀ ਬੇਨਤੀ ਦੀ ਭਾਸ਼ਾ ਵਿੱਚ ਕਰਦੇ ਹਨ ਅਤੇ ਸੋਹਣੀਆਂ ਮਹਾਰਾਣੀਆਂ ਪਤੀ ਨੂੰ ਸਿਆਣਾ ਅਤੇ ਸ਼ਕਤੀਸ਼ਾਲੀ ਪਤੀ ਬਣਨ ਦੀ ਆਜ਼ਾਦੀ ਦੇ ਕੇ ਉਹਨਾਂ ਉੱਤੇ ਰਾਜ ਕਰਦੀਆਂ ਹਨ। ਸਭ ਤੋਂ ਸੋਹਣਾ ਅਤੇ ਨੇੜਲਾ ਸਾਥ ਪਤੀ ਪਤਨੀ ਦਾ ਹੁੰਦਾ ਹੈ। ਸਭ ਤੋਂ ਚੰਗਾ, ਸਸਤਾ ਅਤੇ ਸੁਖਾਵਾਂ ਮਨ ਪਰਚਾਵਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਹੁੰਦਾ ਹੈ। ਪਤੀ ਲਈ ਇਤਨਾ ਹੀ ਕਾਫੀ ਹੈ ਕਿ ਉਹ ਪਤੀ ਬਣਿਆ ਰਹੇ। ਜਿਹੜੇ ਪਤੀ ਆਪਣੇ ਘਰ ਵਿੱਚ ਪਰਿਵਾਰ ਲਈ ਹਾਕਮ ਬਣਨਾ ਚਾਹੁੰਦੇ ਹਨ, ਉਹ ਨਾ ਪਤੀ ਰਹਿੰਦੇ ਹਨ ਤੇ ਨਾ ਹਾਕਮ ਬਣਦੇ ਹਨ। ਉਹ ਘਰ ਅਜੇ ਬਣਨਾ ਹੈ ਜਿੱਥੇ ਕਦੀ ਝਗੜਾ ਨਾ ਹੋਇਆ ਹੋਵੇ। ਥੋੜ੍ਹੇ ਜਿਹੇ ਅਭਿਆਸ ਅਤੇ ਵਿਸ਼ਲੇਸ਼ਣ ਮਗਰੋਂ ਦੋਹਾਂ ਧਿਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਵਿਚਕਾਰ ਕਿਸ ਕਾਰਨ ਝਗੜਾ ਉਪਜਦਾ ਹੈ ਅਤੇ ਕਿਸ ਢੰਗ ਨਾਲ ਜਾਂ ਕਿਹੜੀਆਂ ਗੱਲਾਂ ਨਾਲ ਇਹ ਨਿਬੜਦਾ ਹੈ। ਹਰ ਝਗੜੇ ਨੂੰ ਸਮਝਿਆ ਅਤੇ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਸਮਝੌਤੇ ਦੀ ਸੰਭਾਵਨਾ ਵੀ ਬਣੀ ਰਹਿਣੀ ਚਾਹੀਦੀ ਹੈ। ਜੇਕਰ ਇਹ ਸੰਕਲਪ ਕਰ ਲਿਆ ਜਾਵੇ ਕਿ ਅਸੀਂ ਬੱਚਿਆਂ ਸਾਹਮਣੇ ਨਹੀਂ ਝਗੜਨਾ ਤਾਂ ਝਗੜੇ ਆਪੇ ਮੁੱਕ ਜਾਂਦੇ ਹਨ। ਪਤੀ ਪਤਨੀ ਦਾ ਆਪਸੀ ਰੁਸੇਵਾਂ ਇੱਕ ਸ਼ੌਂਕ ਹੀ ਹੋਣਾ ਚਾਹੀਦਾ ਹੈ, ਇਹ ਦੋਹਾਂ ਦੀ ਆਦਤ ਨਹੀਂ ਬਣਨਾ ਚਾਹੀਦਾ। ਵੇਖਿਆ ਗਿਆ ਹੈ ਕਿ ਬਹੁਤੇ ਝਗੜੇ ਉਹਨਾਂ ਘਰਾਂ ਅਤੇ ਪਰਿਵਾਰਾਂ ਵਿੱਚ ਉਪਜਦੇ ਹਨ ਜਿੱਥੇ ਵਿਆਹ ਲਾਪਰਵਾਹੀ ਨਾਲ ਹੋਏ ਹੋਣ ਅਤੇ ਬੱਚੇ ਹੋਰ ਵੀ ਲਾਪਰਵਾਹੀ ਨਾਲ ਪੈਦਾ ਕੀਤੇ ਗਏ ਅਤੇ ਵਿਗਾੜੇ ਗਏ ਹੋਣ। ਲਾਪਰਵਾਹੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਵੱਡੇ ਵੱਡੇ ਝਗੜੇ, ਉਲਝਣਾਂ ਅਤੇ ਮੁਸੀਬਤਾਂ ਬਣ ਜਾਂਦੀਆਂ ਹਨ। ਲਾਪਰਵਾਹ ਪਤੀ ਪਤਨੀ ਆਮ ਕਰਕੇ ਹਨੀਮੂਨ ਦੌਰਾਨ ਹੀ ਤਲਾਕ ਬਾਰੇ ਸੋਚਣ ਲੱਗ ਪੈਂਦੇ ਹਨ। ਲਾਪਰਵਾਹ ਵਿਅਕਤੀ ਵਿੱਚ ਸੰਭਲਣ ਦੀ ਸਮਰੱਥਾ ਨਹੀਂ ਹੁੰਦੀ। ਘਰ ਵਿੱਚ ਆਮ ਕਰਕੇ ਸਵੇਰੇ ਪਰਿਵਾਰ ਦਾ ਜਿਹੜਾ ਜੀਅ ਸਭ ਤੋਂ ਪਹਿਲਾਂ ਉੱਠਦਾ ਹੈ, ਗੱਲ ਉਸ ਦੀ ਹੀ ਮੰਨੀ ਜਾਂਦੀ ਹੈ। ਇਵੇਂ ਹੀ ਜਿਹੜਾ ਜ਼ਿੰਮੇਵਾਰ ਹੈ ਉਸ ਦੀ ਗੱਲ ਵਧੇਰੇ ਸੌਖ ਨਾਲ ਮੰਨੀ ਜਾਂਦੀ ਹੈ।
ਉਸ ਘਰ ਵਿੱਚ ਸਾਰੀਆਂ ਖੁਸ਼ੀਆਂ ਹੁੰਦੀਆਂ ਹਨ ਜਿੱਥੇ ਪਤਨੀ ਆਪਣੇ ਪਤੀ ਨੂੰ ਦੁਨੀਆ ਦਾ ਸਭ ਤੋਂ ਸਿਆਣਾ ਆਦਮੀ ਮੰਨਦੀ ਹੈ ਅਤੇ ਜਿੱਥੇ ਪਤੀ ਆਪਣੀ ਪਤਨੀ ਨੂੰ ਸੰਸਾਰ ਦੀ ਸਭ ਤੋਂ ਸੁੰਦਰ ਇਸਤਰੀ ਸਮਝਦਾ ਹੈ। ਜਿੱਥੇ ਪਿਆਰ ਹੋਵੇ ਉੱਥੇ ਕੋਈ ਵਿਰੋਧ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਬਹਿਸ ਦੀ ਲੋੜ ਉਪਜਦੀ ਹੈ। ਅਜਿਹੇ ਪਤੀ ਪਤਨੀ ਵੀ ਝਗੜਦੇ ਹਨ ਪਰ ਉਹ ਝਗੜੇ ਨੂੰ ਲਮਕਾਉਂਦੇ ਨਹੀਂ ਅਤੇ ਉਹ ਹਰ ਝਗੜੇ ਤੋਂ ਇੱਕ ਸਬਕ ਸਿੱਖਦੇ ਹਨ। ਜਿਹੜੇ ਘਰ ਬਰਕਤਾਂ ਦੇ ਬਾਗ ਹੁੰਦੇ ਹਨ ਉੱਥੇ ਹਕੂਮਤ ਦਾ ਝਗੜਾ ਨਹੀਂ ਹੁੰਦਾ। ਜਿੱਥੇ ਹਕੂਮਤ ਦਾ ਝਗੜਾ ਹੈ ਉਹ ਘਰ ਤਾਣ ਪਈ ਮੰਜੀ ਵਾਂਗ ਹੁੰਦੇ ਹਨ। ਮਨ ਦੇ ਮੇਲ ਬਿਨਾਂ ਵਿਆਹ ਜਿਸਮਾਂ ਦਾ ਵਪਾਰ ਹੋ ਨਿਬੜਦਾ ਹੈ। ਘਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੈ। ਇਹ ਕੇਵਲ ਇੱਕ ਵਿਅਕਤੀ ਵੱਲੋਂ ਕੇਵਲ ਦੋ ਹੱਥਾਂ ਵਿੱਚ ਸੰਭਾਲੀ ਜਾਣ ਵਾਲੀ ਚੀਜ਼ ਨਹੀਂ। ਘਰ ਵਿੱਚ ਹਕੂਮਤ ਪਿਆਰ ਦੀ ਹੁੰਦੀ ਹੈ ਅਤੇ ਇਹ ਹਕੂਮਤ ਉਸ ਦੀ ਚੱਲਦੀ ਹੈ ਜਿਹੜਾ ਘਰ ਨੂੰ ਪਵਿੱਤਰ ਸਮਝਦਾ ਹੈ। ਜਿਹੜਾ ਆਪਣੇ ਛੋਟੇ ਘਰ ਨੂੰ ਆਪਣੇ ਦਿਲ ਨਾਲ ਵੱਡਾ ਕਰੇ ਉਹੀ ਉਸ ਘਰ ਦਾ ਮੁਖੀ ਜਾਂ ਬਾਦਸ਼ਾਹ ਹੁੰਦਾ ਹੈ ਅਤੇ ਉਹੀ ਉਸ ਘਰ ਦੀ ਰਾਣੀ ਹੁੰਦੀ ਹੈ। ਸੋ ਦੋਸਤੋ, ਇਹ ਸੀ ਸਾਰੀ ਘਰ ਪਰਿਵਾਰ ਬਾਰੇ ਚਰਚਾ ਜੋ ਕਿ ਬਹੁਤ ਹੀ ਵਧੀਆ ਗੱਲਾਂ ਨੇ। ਸੋ ਹੋਰਾਂ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਹਨਾਂ ਚੀਜ਼ਾਂ ਦੀ ਜਾਣਕਾਰੀ ਲੈ ਸਕਣ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।